ਹੈਲੋ ਸਟੂਡੈਂਟਸ, ਮੇਰਾ ਨਾਮ ਬਲਜੀਤ ਸਿੰਘ ਹੈ। ਮੈਂ ਗੌਰਮੈਂਟ ਆਈਟੀ ਪਟਿਆਲਾ ਦੇ ਵਿੱਚ ਫਿਟ ਇੰਸਟਰਕਟਰ ਦੇ ਤੌਰ ਤੇ ਕੰਮ ਕਰ ਰਿਹਾ ਹਾਂ। ਅੱਜ ਜਿਹੜਾ ਮੈਂ ਟੌਪਿਕ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਉਹ ਹੈ ਮੇਨਟੇਨੈਂਸ ਆਫ ਮਸ਼ੀਨਸ। ਮੇਨਟੇਨੈਂਸ ਆਫ ਮਸ਼ੀਨਸ ਕੀ ਹੈ? ਕਿਸੇ ਵੀ ਇੰਡਸਟਰੀ ਦੇ ਵਿੱਚ, ਚਾਹੇ ਤੁਸੀਂ ਇੱਕ ਇੰਜੀਨੀਅਰ ਕੰਮ ਕਰ ਰਹੇ ਹੋ, ਚਾਹੇ ਤੁਸੀਂ ਡਿਪਲੋਮਾ ਹੋਲਡਰ ਕੰਮ ਕਰ ਰਹੇ ਹੋ, ਜਾਂ ਆਈਟੀ ਪਾਸ ਕਰਨ ਤੋਂ ਬਾਅਦ ਤੁਸੀਂ ਕੰਮ ਕਰ ਰਹੇ ਹੋ, ਕਿਸੇ ਵੀ ਇੰਡਸਟਰੀ ਦੇ ਵਿੱਚ ਪ੍ਰੋਡਕਸ਼ਨ ਚੱਲਦੀ ਹੈ। ਤੇ ਜਦੋਂ ਪ੍ਰੋਡਕਸ਼ਨ ਚੱਲਦੀ ਹੈ ਤਾਂ ਸੁਭਾਵਿਕ ਹੈ ਕਿ ਮਸ਼ੀਨਾਂ ਦੇ ਵਿੱਚ ਛੋਟੇ ਜਾਂ ਵੱਡੇ ਡਿਫੈਕਟਸ ਪੈਣਾ ਮਾਮੂਲੀ ਗੱਲ ਹੈ। ਤਾਂ ਉਹਨਾਂ ਦਾ ਸੋਲੂਸ਼ਨ ਕਰਨਾ ਵੀ ਜ਼ਰੂਰੀ ਹੁੰਦਾ ਹੈ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮੇਨਟੇਨੈਂਸ ਜੋ ਕਿ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਕੋਈ ਵੀ ਮਸ਼ੀਨ ਲਾਈਫ ਟਾਈਮ ਦੇ ਵਿੱਚ ਬਿਨਾਂ ਬ੍ਰੇਕਡਾਊਨ ਤੋਂ ਚੱਲਦੀ ਰਹੇ। ਅਸੀਂ ਮੇਨਟੇਨੈਂਸ ਦੇ ਨਾਲ ਪ੍ਰੋਡਕਸ਼ਨ ਨੂੰ ਦੇ ਲਾਸ ਨੂੰ ਘੱਟ ਹੋਣ ਤੋਂ ਬਚਾ ਸਕਦੇ ਹਾਂ, ਕਿਉਂਕਿ ਮਸ਼ੀਨਾਂ ਦੇ ਵਿੱਚ ਬਹੁਤ ਜ਼ਿਆਦਾ ਵੀਅਰ ਐਂਡ ਟੀਅਰ ਪਾਰਟਸ ਹੁੰਦੇ ਨੇ ਜਿਨ੍ਹਾਂ ਨਾਲ ਜਿਹੜੀ ਹੈ ਬ੍ਰੇਕਡਾਊਨ ਜਿਹੜੀ ਹੈ ਉਹ ਹੋ ਸਕਦੀ ਹੈ। ਸੋ ਅੱਜ ਦੀ ਕਲਾਸ ਜੋ ਹੈ ਉਹ ਮੇਨਟੇਨੈਂਸ ਦੇ ਉੱਤੇ ਹੈ। ਇਹ ਕਿੰਨੀ ਤਰ੍ਹਾਂ ਦੀ ਹੈ, ਇਸ ਨੂੰ ਕਿਵੇਂ ਕੀਤਾ ਜਾਂਦਾ ਹੈ, ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਫਸਟ ਆਫ ਆਲ, ਸਭ ਤੋਂ ਪਹਿਲਾਂ ਆਉਂਦਾ ਹੈ ਕਿ ਵਾਟ ਇਜ਼ ਮੇਨਟੇਨੈਂਸ। ਮੇਨਟੇਨੈਂਸ ਕੀ ਹੈ? ਪਿਆਰੇ ਸਿਖਿਆਰਥੀਓ, ਜਿਸ ਪ੍ਰਕਾਰ ਅਸੀਂ ਆਪਣੇ ਸਰੀਰ ਨੂੰ ਸਵਸਥ ਰੱਖਣ ਦੇ ਲਈ ਪ੍ਰਤੀ ਦਿਨ ਸਰੀਰ ਦੀ ਸਫਾਈ ਅਤੇ ਖਾਣ ਪੀਣ ਦਾ ਪੂਰਾ ਧਿਆਨ ਰੱਖਦੇ ਹਾਂ, ਉਸੇ ਤਰ੍ਹਾਂ ਮਸ਼ੀਨਾਂ ਦੀ ਐਕੂਰੇਸੀ, ਸ਼ੁੱਧਤਾ ਅਤੇ ਲੰਬੇ ਜੀਵਨ ਕਾਲ ਦੇ ਲਈ ਉਹਨਾਂ ਦੀ ਦੇਖਭਾਲ ਤੇ ਰੱਖ ਰਖਾਵ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਮਸ਼ੀਨ ਚਲਦੀ ਹੋਵੇ ਜਾਂ ਨਾ ਚਲਦੀ ਹੋਵੇ, ਉਸ ਵਿੱਚ ਕੋਈ ਨਾ ਕੋਈ ਡਿਫੈਕਟ ਪੈਂਦਾ ਹੀ ਰਹਿੰਦਾ ਹੈ। ਜੇਕਰ ਅਸੀਂ ਇਹਨਾਂ ਡਿਫੈਕਟਸ ਨੂੰ ਠੀਕ ਨਾ ਕਰਾਂਗੇ ਤਾਂ ਮਸ਼ੀਨ ਕਿਸੇ ਵੇਲੇ ਕੰਮ ਕਰਨਾ ਬੰਦ ਕਰ ਦੇਵੇਗੀ। ਇਸ ਲਈ ਇਹਨਾਂ ਡਿਫੈਕਟਸ ਨੂੰ ਠੀਕ ਕਰਨ ਨੂੰ ਹੀ ਮੇਨਟੇਨੈਂਸ ਜਾਂ ਮੁਰੰਮਤ ਕਹਿੰਦੇ ਹਨ। ਵਰਕਸ਼ਾਪ ਜਾਂ ਇੰਡਸਟਰੀ ਦੇ ਵਿੱਚ ਜਿੱਥੇ ਪ੍ਰੋਡਕਸ਼ਨ ਹੁੰਦੀ ਹੈ, ਉੱਥੇ ਖਰਾਬ ਮਸ਼ੀਨ ਦੀ ਮੇਨਟੇਨੈਂਸ ਕਰਨਾ ਜ਼ਰੂਰੀ ਹੁੰਦਾ ਹੈ, ਕਿਉਂਕਿ ਉਸ ਨਾਲ ਪ੍ਰੋਡਕਸ਼ਨ ਦੇ ਉੱਤੇ ਪ੍ਰਭਾਵ ਪੈਂਦਾ ਹੈ। ਮਸ਼ੀਨਾਂ ਦੀ ਮੇਨਟੇਨੈਂਸ ਦੇ ਵਿੱਚ ਉਸ ਦੀ ਸਫਾਈ ਕਰਨਾ, ਤੇਲ ਦੇਣਾ, ਲੁਬਰੀਕੇਸ਼ਨ ਕਰਨਾ, ਟੁੱਟੇ ਪਾਰਟਸਾਂ ਨੂੰ ਬਦਲਣਾ, ਕਿਸੇ ਭਾਗਾਂ ਨੂੰ ਵੀ ਬਦਲਣਾ ਅਤੇ ਮਸ਼ੀਨਾਂ ਦੇ ਢਿੱਲੇ ਹੋਏ ਨਟ ਬੋਲਟਾਂ ਨੂੰ ਕੱਸਣਾ, ਇਹ ਸਾਰੇ ਕੰਮ ਮੇਨਟੇਨੈਂਸ ਦੇ ਵਿੱਚ ਆਉਂਦੇ ਹਨ। ਜੋ ਅੱਗੇ ਆਉਂਦਾ ਹੈ ਕਿ ਮੇਨਟੇਨੈਂਸ ਕਿੰਨੇ ਪ੍ਰਕਾਰ ਦੀ ਹੁੰਦੀ ਹੈ। ਆਮ ਤੌਰ ਤੇ ਮੇਨਟੇਨੈਂਸ ਜਿਹੜੀ ਹੈ ਉਹ 5 ਪ੍ਰਕਾਰ ਦੀ ਹੁੰਦੀ ਹੈ। ਸਭ ਤੋਂ ਪਹਿਲਾਂ ਆਉਂਦੀ ਹੈ ਰੂਟੀਨ ਮੇਨਟੇਨੈਂਸ। ਰੂਟੀਨ ਮੇਨਟੇਨੈਂਸ ਕੀ ਹੁੰਦੀ ਹੈ? ਇਸ ਪ੍ਰਕਾਰ ਦੀ ਮੇਨਟੇਨੈਂਸ ਵਿੱਚ ਹਰ ਰੋਜ਼ ਮਸ਼ੀਨਾਂ ਨੂੰ ਚਲਾਉਣ ਤੋਂ ਪਹਿਲਾਂ ਸਾਫ਼ ਕਰਕੇ ਉਹਨਾਂ ਨੂੰ ਆਇਲ ਦਿੱਤਾ ਜਾਂਦਾ ਹੈ ਜਾਂ ਉਹਨਾਂ ਦੀ ਲੁਬਰੀਕੇਸ਼ਨ ਕੀਤੀ ਜਾਂਦੀ ਹੈ। ਮਸ਼ੀਨਾਂ ਦੇ ਨਟ ਬੋਲਟਸ ਚੈੱਕ ਕਰ ਲਏ ਜਾਂਦੇ ਹਨ, ਜੇ ਉਹ ਢਿੱਲੇ ਹੋਣ ਤਾਂ ਉਹਨਾਂ ਨੂੰ ਕੱਸ ਲਿਆ ਜਾਂਦਾ ਹੈ। ਇਸ ਵਿੱਚ ਮਸ਼ੀਨ ਨੂੰ ਗਰੀਸ ਦੇਣਾ, ਜਿਹੜੇ ਪਾਰਟਸ ਮੂਵਿੰਗ ਨੇ, ਚੱਲਦੇ ਨੇ, ਉਹਨਾਂ ਨੂੰ ਗਰੀਸ ਦੇਣਾ। ਜੇ ਕੋਈ ਪਾਰਟ ਟੁੱਟਿਆ ਹੈ ਤਾਂ ਜਾਂ ਕੋਈ ਘਿਸ ਗਿਆ ਹੈ, ਉਸ ਦੀ ਜਗ੍ਹਾ ਨਵਾਂ ਪਾਰਟ ਫਿੱਟ ਕਰਨਾ, ਇਹ ਸਾਰਾ ਜਿਹੜਾ ਹੈ ਰੂਟੀਨ ਮੇਨਟੇਨੈਂਸ ਦੇ ਵਿੱਚ ਆਉਂਦਾ ਹੈ। ਉਸ ਤੋਂ ਬਾਅਦ ਜਿਹੜੀ ਸੈਕਿੰਡ ਮੇਨਟੇਨੈਂਸ ਹੈ ਉਹ ਹੈ ਬ੍ਰੇਕਡਾਊਨ ਮੇਨਟੇਨੈਂਸ। ਬ੍ਰੇਕਡਾਊਨ ਮੇਨਟੇਨੈਂਸ ਦੇ ਵਿੱਚ ਕਈ ਵਾਰੀ ਅਚਾਨਕ ਮਸ਼ੀਨ ਵਿੱਚ ਕੋਈ ਖਰਾਬੀ ਆ ਜਾਂਦੀ ਹੈ ਜਾਂ ਕੋਈ ਪਾਰਟ ਟੁੱਟ ਜਾਂਦਾ ਹੈ ਜਾਂ ਕਿਸੇ ਵੀ ਦੁਰਘਟਨਾ ਦੇ ਕਾਰਨ ਮਸ਼ੀਨ ਖਰਾਬ ਹੋ ਜਾਂਦੀ ਹੈ, ਤਾਂ ਉਸ ਸਥਿਤੀ ਵਿੱਚ ਮਸ਼ੀਨ ਨੂੰ ਠੀਕ ਕਰਨ ਲਈ ਬਹੁਤ ਸਮਾਂ ਲੱਗਦਾ ਹੈ।
ਇਹ ਸਾਰਾ ਜਿਹੜਾ ਬ੍ਰੇਕਡਾਊਨ ਹੈ ਇਹ ਅਚਾਨਕ ਹੁੰਦਾ ਹੈ, ਤਾਂ ਇਸ ਨੂੰ ਅਸੀਂ ਬ੍ਰੇਕਡਾਊਨ ਮੇਨਟੇਨੈਂਸ ਕਹਿੰਦੇ ਹਨ। ਬ੍ਰੇਕਡਾਊਨ ਮੇਨਟੇਨੈਂਸ ਦੇ ਵਿੱਚ ਸਿਰਫ ਮਸ਼ੀਨਾਂ ਦੀ ਰਿਪੇਅਰ ਕਰਨਾ ਹੀ ਨਹੀਂ ਹੁੰਦਾ, ਸਗੋਂ ਕਈ ਵਾਰ ਮਸ਼ੀਨਾਂ ਦੀ ਅਦਲਾ ਬਦਲੀ, ਜਿਵੇਂ ਕਿਸੇ ਇੱਕ ਮਸ਼ੀਨ ਨੂੰ ਕਿਸੇ ਦੂਜੀ ਜਗ੍ਹਾ ਤੇ ਜਾ ਕੇ ਫਿੱਟ ਕਰਨਾ, ਉਸ ਦੇ ਨਾਲ ਮਸ਼ੀਨ ਨੂੰ ਬੰਦ ਕਰਨਾ ਪੈਂਦਾ ਹੈ, ਉਸ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਪਾਰਟਸ ਨੂੰ ਵੀ ਦੁਬਾਰਾ ਜਿਹੜਾ ਹੈ ਚਲਾਉਣਾ ਪੈਂਦਾ ਹੈ। ਇਹ ਸਭ ਬ੍ਰੇਕਡਾਊਨ ਮੇਨਟੇਨੈਂਸ ਦੇ ਵਿੱਚ ਆਉਂਦਾ ਹੈ। ਇਸ ਤੋਂ ਬਾਅਦ ਹੈ ਪ੍ਰੀਡਿਕਟਿਵ ਮੇਨਟੇਨੈਂਸ। ਪ੍ਰੀਡਿਕਟਿਵ ਮੇਨਟੇਨੈਂਸ ਦੇ ਵਿੱਚ ਹਰ ਇੱਕ ਮਸ਼ੀਨ ਦਾ ਇੱਕ ਵਿਵਹਾਰ, ਉਸਦੀ ਆਪਣੀ ਆਵਾਜ਼ ਹੁੰਦੀ ਹੈ, ਆਪਣੀ ਸਾਊਂਡ ਹੁੰਦੀ ਹੈ। ਜਦੋਂ ਉਸਦੀ ਆਪਣੀ ਸਾਊਂਡ ਤੋਂ ਹਟ ਕੇ ਕੋਈ ਬਦਲਾਵ ਆਉਂਦਾ ਹੈ, ਜਿਵੇਂ ਆਪਾਂ ਕਹਿ ਸਕਦੇ ਹਾਂ ਕਿਸੇ ਮੋਟਰ 'ਚੋਂ ਆਵਾਜ਼ ਆਉਣਾ, ਕਿਸੇ ਗੇਅਰ ਬਾਕਸ 'ਚੋਂ ਆਵਾਜ਼ ਆਉਣਾ, ਜਾਂ ਮਸ਼ੀਨ ਦਾ ਵਾਈਬ੍ਰੇਸ਼ਨ ਹੋਣਾ, ਧੜਕਣਾ, ਜਾਂ ਮਸ਼ੀਨ ਦਾ ਟੈਂਪਰੇਚਰ ਜਿਹੜਾ ਹੈ ਉਹ ਜ਼ਿਆਦਾ ਹੋ ਜਾਣਾ, ਇਸ ਤਰ੍ਹਾਂ ਦੇ ਜਿਹੜੇ ਡਿਫੈਕਟਸ ਨੇ ਉਹ ਪ੍ਰੀਡਿਕਟਿਵ ਮੇਨਟੇਨੈਂਸ ਦੇ ਵਿੱਚ ਆਉਂਦੇ ਨੇ। ਇਸ ਤੋਂ ਬਾਅਦ ਹੈ ਬੱਚੋ ਪ੍ਰੀਵੈਂਟਿਵ ਮੇਨਟੇਨੈਂਸ। ਇਹ ਇੱਕ ਬਹੁਤ ਹੀ ਇੰਪੋਰਟੈਂਟ ਮੇਨਟੇਨੈਂਸ ਹੈ, ਜਿਹੜੀ ਅੱਜ ਕੱਲ੍ਹ ਇੰਡਸਟਰੀ ਦੇ ਵਿੱਚ ਇਸ ਨਾਲ ਕੰਮ ਕੀਤਾ ਜਾਂਦਾ ਹੈ। ਇਸ ਪ੍ਰਕਾਰ ਦੀ ਦੇਖਭਾਲ ਵਿੱਚ ਹਰੇਕ ਮਸ਼ੀਨ ਨੂੰ ਠੀਕ ਰੱਖਣ ਦੇ ਲਈ ਅਸੀਂ ਸਮੇਂ-ਸਮੇਂ ਪ੍ਰੋਗਰਾਮ ਬਣਾਇਆ ਜਾਂਦਾ ਹੈ, ਜਿਸ ਵਿੱਚ ਨਿਯਮ ਅਨੁਸਾਰ ਹਰੇਕ ਮਸ਼ੀਨ ਨੂੰ ਉਸਦੇ ਸਮੇਂ ਅਨੁਸਾਰ ਪੂਰੀ ਚੈਕਿੰਗ ਕੀਤੀ ਜਾਂਦੀ ਹੈ। ਇਸ ਦਾ ਮਤਲਬ ਇਹ ਹੈ ਬੱਚੋ ਵੀ ਅਸੀਂ ਪ੍ਰੀਵੈਂਟਿਵ ਮੇਨਟੇਨੈਂਸ ਦੇ ਅੰਡਰ ਚੈੱਕਲਿਸਟ ਦੁਆਰਾ ਮਸ਼ੀਨ ਦਾ ਰਿਕਾਰਡ ਰੱਖ ਕੇ ਤੇ ਰੱਖੇ ਮਸ਼ੀਨ ਦੇ ਰਿਕਾਰਡ ਦਾ ਅਧਿਐਨ ਕਰਕੇ ਅਸੀਂ ਬ੍ਰੇਕਡਾਊਨ ਹੋਣ ਤੋਂ ਮਸ਼ੀਨ ਨੂੰ ਬਚਾ ਸਕਦੇ ਹਾਂ। ਪ੍ਰੀਵੈਂਟਿਵ ਮੇਨਟੇਨੈਂਸ ਦੇ ਨਾਲ ਬ੍ਰੇਕਡਾਊਨ ਜਿਹੜੀ ਹੈ ਉਹ ਘਟਦੀ ਹੈ, ਪ੍ਰੀਵੈਂਟਿਵ ਮੇਨਟੇਨੈਂਸ ਘਟਦੀ ਹੈ, ਮਸ਼ੀਨਾਂ ਜਿਹੜੀਆਂ ਹੈਗੀਆਂ ਉਹ ਠੀਕ ਚੱਲਦੀਆਂ ਹਨ, ਤੇ ਜਿਹੜੀ ਇਹ ਚੈੱਕਲਿਸਟ ਹੈ ਉਹ ਮਸ਼ੀਨ ਦੇ ਉੱਤੇ ਲਗਾ ਦਿੱਤੀ ਜਾਂਦੀ ਹੈ, ਤਾਂ ਕਿ ਇਹ ਪਤਾ ਲੱਗ ਸਕੇ ਕਿ ਇਸ ਤੋਂ ਬਾਅਦ ਇਸ ਦਾ 10 ਦਿਨ ਬਾਅਦ ਜਾਂ 20 ਦਿਨ ਬਾਅਦ ਜਾਂ ਮਹੀਨੇ ਬਾਅਦ ਇਸ ਦਾ ਦੁਬਾਰਾ ਜਿਹੜਾ ਹੈ ਉਹ ਸਾਰਾ ਚੈੱਕਲਿਸਟ ਦੇ ਅਨੁਸਾਰ ਇਸ ਦੀ ਮਸ਼ੀਨ ਦੀ ਜਿਹੜੀ ਹੈ ਸਾਰੀ ਪਾਰਟਾਂ ਦੀ ਇੱਕ ਵਾਰ ਮੇਨਟੇਨੈਂਸ ਹੋਵੇਗੀ। ਤਾਂ ਇਹ ਸੀ ਪ੍ਰੀਵੈਂਟਿਵ ਮੇਨਟੇਨੈਂਸ। ਤੇ ਲਾਸਟ ਦੇ ਵਿੱਚ ਆਉਂਦੀ ਹੈ ਪ੍ਰੋਐਕਟਿਵ ਮੇਨਟੇਨੈਂਸ। ਪ੍ਰੋਐਕਟਿਵ ਮੇਨਟੇਨੈਂਸ ਦੇ ਵਿੱਚ ਬੱਚੋ ਆਪਣੀ ਵਰਕਸ਼ਾਪ ਜਾਂ ਇੰਡਸਟਰੀ ਦੇ ਵਿੱਚ ਕੋਈ ਪੁਰਾਣੀ ਮਸ਼ੀਨ ਪਈ ਹੁੰਦੀ ਹੈ, ਜਿਸ ਨੂੰ ਆਪਣੇ ਨਵੇਂ ਸਿਰੇ ਤੋਂ ਤਿਆਰ ਕਰਨਾ ਹੁੰਦਾ ਹੈ। ਉਸ ਵਿੱਚ ਪਹਿਲਾਂ ਕੀਤੀ ਗਈਆਂ ਪ੍ਰੋਬਲਮ ਨੂੰ, ਜਿਹੜੀਆਂ ਫੇਸ ਪਹਿਲਾਂ ਕੀਤੀਆਂ ਗਈਆਂ ਦੇ ਡਿਫੈਕਟਸ ਨੂੰ ਮੋਡੀਫਾਈ ਕਰਕੇ ਉਸ ਦੇ ਵਿੱਚ ਜਿਹੜੇ ਕੋਸਟਲੀ ਪਾਰਟਸ ਨੇ ਉਹਨਾਂ ਨੂੰ ਘੱਟ ਕੋਸਟ ਦੇ ਵਿੱਚ ਤਿਆਰ ਕਰਕੇ ਇੱਕ ਨਵਾਂ ਡਿਜ਼ਾਈਨ, ਨਵਾਂ ਰੂਪ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦੀ ਜਿਹੜੀ ਮੇਨਟੇਨੈਂਸ ਹੈ ਉਸਨੂੰ ਪ੍ਰੋਐਕਟਿਵ ਮੇਨਟੇਨੈਂਸ ਕਹਿੰਦੇ ਨੇ। ਇਹ ਸੀਗੀਆਂ ਬੇਟਾ ਟਾਈਪਸ ਆਫ ਮੇਨਟੇਨੈਂਸ। ਇਸ ਤੋਂ ਬਾਅਦ ਆਉਂਦਾ ਐਪਲੀਕੇਸ਼ਨ ਆਫ ਮੇਨਟੇਨੈਂਸ। ਐਪਲੀਕੇਸ਼ਨ ਆਫ ਮੇਨਟੇਨੈਂਸ ਦੇ ਵਿੱਚ ਆਪਾਂ ਇੱਕ ਉਦਾਹਰਨ ਦੇ ਤੌਰ ਤੇ ਦੇਖ ਸਕਦੇ ਹਾਂ ਕਿ ਫਸਟ ਪਿਕਚਰ ਦੇ ਵਿੱਚ ਜਿਹੜਾ ਮਕੈਨਿਕ ਹੈ ਉਹ ਰੂਟੀਨ ਮੇਨਟੇਨੈਂਸ ਦੇ ਅਕੋਰਡਿੰਗ ਚੈੱਕ ਕਰ ਰਿਹਾ ਹੈ। ਸੈਕੰਡ ਪਿਕਚਰ ਦੇ ਵਿੱਚ ਮਕੈਨਿਕ ਬ੍ਰੇਕਡਾਊਨ ਮੇਨਟੇਨੈਂਸ ਨੂੰ ਠੀਕ ਕਰ ਰਿਹਾ ਹੈ। ਤੀਸਰੀ ਪਿਕਚਰ ਦੇ ਵਿੱਚ ਮਕੈਨਿਕ ਪ੍ਰੀਡਿਕਟਿਵ ਮੇਨਟੇਨੈਂਸ ਨੂੰ ਲੈ ਕੇ ਮਸ਼ੀਨਸ ਦੀ ਸਾਊਂਡ ਜਾਂ ਉਹਦੇ ਵਿੱਚ ਹੋਣ ਵਾਲੀਆਂ ਧੜਕਣਾਂ ਜਾਂ ਵਾਈਬ੍ਰੇਸ਼ਨ ਨੂੰ ਚੈੱਕ ਕਰ ਰਿਹਾ ਹੈ। ਤੇ ਚੌਥੀ ਪਿਕਚਰ ਦੇ ਵਿੱਚ ਇੱਕ ਮਕੈਨਿਕ ਚੈੱਕਲਿਸਟ ਦੇ ਅਨੁਸਾਰ ਪੂਰੀ ਮਸ਼ੀਨ ਦੇ ਇਕੱਲੇ ਪਾਰਟਸ ਨੂੰ ਚੈੱਕ ਕਰ ਰਿਹਾ ਹੈ। ਇਹ ਕੁਝ ਐਪਲੀਕੇਸ਼ਨਸ ਆਫ ਮੇਨਟੇਨੈਂਸ ਨੇ। ਇਸ ਤੋਂ ਬਾਅਦ ਜੋ ਆਉਂਦਾ ਐਡਵਾਂਟੇਜ ਆਫ ਪ੍ਰੀਵੈਂਟਿਵ ਮੇਨਟੇਨੈਂਸ। ਇਸ ਦਾ ਮਤਲਬ ਹੈ ਪ੍ਰੀਵੈਂਟਿਵ ਮੇਨਟੇਨੈਂਸ ਦੇ ਕੀ ਲਾਭ ਹਨ। ਸਭ ਤੋਂ ਪਹਿਲਾ ਲਾਭ ਬੱਚੋ ਇਹ ਹੈ ਲੋ ਲੇਬਰ ਕਾਸਟ, ਘੱਟ ਮਜ਼ਦੂਰੀ। ਪ੍ਰੀਵੈਂਟਿਵ ਮੇਨਟੇਨੈਂਸ ਦੇ ਨਾਲ ਮਸ਼ੀਨਾਂ ਇੱਕ ਸਮੇਂ ਦੇ ਵਿੱਚ ਇਕੱਠੀਆਂ ਬੰਦ ਨਹੀਂ ਹੁੰਦੀਆਂ, ਜਿਸ ਨਾਲ ਕਾਰੀਗਰ ਜਾਂ ਮਕੈਨਿਕ ਫ੍ਰੀ ਨਹੀਂ ਬੈਠਦਾ ਤੇ ਉਸ ਨਾਲ ਉਸਦੀ ਮਜ਼ਦੂਰੀ ਹੈ ਜਿਹੜੀ
ਉਹ ਵਿਅਰਥ ਨਹੀਂ ਜਾਂਦੀ, ਤਾਂ ਘੱਟ ਲੇਬਰ ਕੋਸਟ ਆਉਂਦੀ ਹੈ। ਸੈਕਿੰਡ ਹੈ ਸੇਵ ਮੋਰ ਟਾਈਮ, ਸਮੇਂ ਦੀ ਬੱਚਤ। ਪ੍ਰੋਡਕਸ਼ਨ ਦੇ ਲਗਾਤਾਰ ਹੁੰਦੇ ਰਹਿਣ ਦੇ ਕਾਰਨ ਸਮੇਂ ਦੀ ਬੱਚਤ ਹੁੰਦੀ ਹੈ। ਇਸ ਨਾਲ ਮਸ਼ੀਨਾਂ ਦੇ ਵਿੱਚ ਛੋਟੇ ਛੋਟੇ ਜਿਹੜੇ ਡਿਫੈਕਟਸ ਨੇ ਉਹ ਦੂਰ ਹੁੰਦੇ ਰਹਿੰਦੇ ਹਨ, ਜਿਸ ਨਾਲ ਮਸ਼ੀਨਾਂ ਜਿਹੜੀਆਂ ਨੇ ਬ੍ਰੇਕਡਾਊਨ ਦੌਰਾਨ ਬੰਦ ਨਹੀਂ ਹੁੰਦੀਆਂ। ਇਸ ਦੇ ਨਾਲ ਹੁੰਦਾ ਕੀ ਹੈ, ਸਮੇਂ ਦੀ ਬੱਚਤ ਹੁੰਦੀ ਹੈ। ਨੈਕਸਟ ਹੈ ਇਨਕਰੀਜ਼ ਇਨ ਪ੍ਰੋਡਕਸ਼ਨ, ਉਤਪਾਦਨ ਵਿੱਚ ਵਾਧਾ। ਮਸ਼ੀਨਾਂ ਦੇ ਨਿਰੰਤਰ ਚੱਲਦੇ ਰਹਿਣ ਦੇ ਕਾਰਨ ਇੰਡਸਟਰੀ ਦੇ ਵਿੱਚ ਪ੍ਰੋਡਕਸ਼ਨ ਵਾਧਾ ਹੁੰਦਾ ਹੈ, ਜੋ ਕਿ ਇੱਕ ਪ੍ਰੀਵੈਂਟਿਵ ਮੇਨਟੇਨੈਂਸ ਨਾਲ ਹੀ ਹੋਣਾ ਸੰਭਵ ਹੈ। ਇਸ ਤੋਂ ਬਾਅਦ ਹੈ ਲੋ ਰਿਪੇਅਰ ਕਾਸਟ, ਮੁਰੰਮਤ ਦਾ ਘੱਟ ਖਰਚ। ਪ੍ਰੀਵੈਂਟਿਵ ਮੇਨਟੇਨੈਂਸ ਦੇ ਕਾਰਨ ਮਸ਼ੀਨਾਂ ਦੇ ਵਿੱਚ ਵੱਡੇ ਡਿਫੈਕਟਸ ਜਲਦੀ ਨਹੀਂ ਪੈਂਦੇ, ਜਿਸ ਨਾਲ ਰਿਪੇਅਰ ਦਾ ਖਰਚ ਕਾਫੀ ਘੱਟ ਜਾਂਦਾ ਹੈ। ਤਾਂ ਇਹ ਵੀ ਇੱਕ ਐਡਵਾਂਟੇਜ ਆਫ ਪ੍ਰੀਵੈਂਟਿਵ ਮੇਨਟੇਨੈਂਸ ਹੈ। ਇਸ ਤੋਂ ਬਾਅਦ ਹੈ ਮੋਰ ਸੇਫਟੀ, ਜ਼ਿਆਦਾ ਸੁਰੱਖਿਆ। ਮਸ਼ੀਨਾਂ, ਕਰੇਨਾਂ, ਚੇਨ ਪੁਲੀ ਤੇ ਬੈਲਟਾਂ ਆਦਿ ਦੀ ਸਹੀ ਮੇਨਟੇਨੈਂਸ ਰੱਖਣ ਨਾਲ ਸੁਰੱਖਿਆ ਵਿੱਚ ਵਾਧਾ ਹੁੰਦਾ ਹੈ, ਕਿਉਂਕਿ ਇਸ ਨਾਲ ਸੁਰੱਖਿਆ ਦੇ ਨਾਲ ਨਾਲ ਦੁਰਘਟਨਾ ਹੋਣ ਦਾ ਵੀ ਬਹੁਤ ਵੱਡਾ ਕਾਰਨ ਬਣਦਾ ਹੈ, ਤੇ ਇਸ ਦੇ ਠੀਕ ਰਹਿਣ ਦੇ ਨਾਲ ਸੁਰੱਖਿਆ ਉਨੀ ਹੀ ਜ਼ਿਆਦਾ ਰਹਿੰਦੀ ਹੈ। ਨੈਕਸਟ ਹੈ ਸੇਵਿੰਗ ਇਨ ਕੈਪੀਟਲ, ਪੂੰਜੀ ਦੀ ਬਚਤ। ਪ੍ਰੀਵੈਂਟਿਵ ਮੇਨਟੇਨੈਂਸ ਦੇ ਕਾਰਨ ਪ੍ਰੋਡਕਸ਼ਨ ਸਹੀ ਚੱਲਦਾ ਰਹਿੰਦਾ ਹੈ। ਪ੍ਰੋਡਕਸ਼ਨ ਸਹੀ ਚੱਲਣ ਦੇ ਨਾਲ ਸਾਡੀ ਬ੍ਰੇਕਡਾਊਨ ਘਟ ਜਾਂਦੀ ਹੈ ਤੇ ਮਸ਼ੀਨਾਂ ਦੀ ਜੀਵਨ ਕਾਲ ਵਿੱਚ ਵਾਧਾ ਹੁੰਦਾ ਹੈ। ਜੇ ਜੀਵਨ ਕਾਲ ਮਸ਼ੀਨਾਂ ਸਾਡੀਆਂ ਲੌਂਗ ਟਰਮ ਲਈ ਚੱਲਣਗੀਆਂ ਤਾਂ ਸਾਨੂੰ ਨਵੀਆਂ ਮਸ਼ੀਨਾਂ ਲਿਆਉਣ ਦੀ ਜਲਦੀ ਜ਼ਰੂਰਤ ਨਹੀਂ ਪਵੇਗੀ, ਜਿਸ ਨਾਲ ਸਾਡਾ ਪੂੰਜੀ ਦੀ ਬੱਚਤ ਹੋਵੇਗੀ। ਇਹ ਸੀਗੀਆਂ ਬੱਚੋ ਐਡਵਾਂਟੇजेस ਆਫ ਪ੍ਰੀਵੈਂਟਿਵ ਮੇਨਟੇਨੈਂਸ। ਇਸ ਤੋਂ ਬਾਅਦ ਜੋ ਆਉਂਦਾ ਹੈ ਪਰਪਸ ਆਫ ਪ੍ਰੀਵੈਂਟਿਵ ਮੇਨਟੇਨੈਂਸ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਪ੍ਰੀਵੈਂਟਿਵ ਮੇਨਟੇਨੈਂਸ ਦੇ ਉਦੇਸ਼ ਕੀ ਨੇ। ਇਹਦੇ ਵਿੱਚ ਸਭ ਤੋਂ ਪਹਿਲਾਂ ਕੀਪ ਦਾ ਮਸ਼ੀਨ ਰਨਿੰਗ ਕੰਟੀਨਿਊਸਲੀ ਐਂਡ ਕਲੀਨਿੰਗ, ਮਸ਼ੀਨਾਂ ਨੂੰ ਲਗਾਤਾਰ ਚਾਲੂ ਰੱਖਣਾ ਤੇ ਸਾਫ਼ ਸੁਥਰਾ ਰੱਖਣਾ। ਦੂਸਰਾ ਹੈ ਪ੍ਰੋਟੈਕਟਿੰਗ ਦਾ ਮਸ਼ੀਨ ਫਰੋਮ ਵਾਰ, ਮਸ਼ੀਨਾਂ ਨੂੰ ਜੰਗ ਤੋਂ ਬਚਾਉਣਾ, ਯਾਨੀ ਕਿ ਜੇ ਆਪਾਂ ਲੁਬਰੀਕੇਸ਼ਨ ਜਾਂ ਆਇਲਿੰਗ ਪ੍ਰੋਪਰਲੀ ਕਰਦੇ ਰਵਾਂਗੇ ਤਾਂ ਜਿਨ੍ਹਾਂ ਪਾਰਟਸਾਂ ਨੂੰ ਜੰਗ ਲੱਗ ਸਕਦਾ ਹੈ ਉਸ ਨੂੰ ਬਚਾਇਆ ਜਾ ਸਕਦਾ ਹੈ। ਇਨਕਰੀਜ਼ਿੰਗ ਪ੍ਰੋਡਕਸ਼ਨ, ਉਤਪਾਦਨ ਵਿੱਚ ਵਾਧਾ ਕਰਨਾ। ਪ੍ਰੀਵੈਂਟਿਵ ਮੇਨਟੇਨੈਂਸ ਦੇ ਨਾਲ ਬ੍ਰੇਕਡਾਊਨ ਘਟਦੀ ਹੈ ਤੇ ਉਤਪਾਦਨ ਵਿੱਚ ਵਾਧਾ ਹੁੰਦਾ ਹੈ। ਰਿਡਿਊਸ ਕਾਸਟ, ਖਰਚ ਵਿੱਚ ਕਮੀ ਰੱਖਣਾ। ਰਿਡਿਊਸਿੰਗ ਐਕਸੀਡੈਂਟਸ, ਦੁਰਘਟਨਾਵਾਂ ਨੂੰ ਬਹੁਤ ਹੀ ਘੱਟ ਕਰਨਾ। ਪ੍ਰੀਵੈਂਟਿਵ ਮੇਨਟੇਨੈਂਸ ਨਾਲ ਮਸ਼ੀਨ ਪ੍ਰੋਪਰ ਵੇ ਨਾਲ ਕੰਮ ਕਰਦੀ ਹੈ, ਪ੍ਰੋਡਕਸ਼ਨ ਜ਼ਿਆਦਾ ਹੁੰਦੀ ਹੈ, ਉਸ ਨਾਲ ਦੁਰਘਟਨਾਵਾਂ ਜਿਹੜੀਆਂ ਹੈਗੀਆਂ ਨੇ ਬਹੁਤ ਜ਼ਿਆਦਾ ਘੱਟ ਜਾਂਦੀਆਂ ਹਨ। ਟੂ ਇਨਕਰੀਜ਼ ਦਾ ਪ੍ਰੋਫਿਟਸ, ਜ਼ਿਆਦਾ ਲਾਭ ਪ੍ਰਾਪਤ ਕਰਨਾ। ਪ੍ਰੀਵੈਂਟਿਵ ਮੇਨਟੇਨੈਂਸ ਨਾਲ ਸਾਡੀਆਂ ਜਿਹੜੀਆਂ ਛੋਟੇ ਤੇ ਵੱਡੇ ਡਿਫੈਕਟਸ ਬਹੁਤ ਰੇਅਰ ਹੁੰਦੇ ਨੇ, ਮਸ਼ੀਨ ਪ੍ਰੋਪਰਲੀ ਵੇ ਨਾਲ ਚੱਲਦੀ ਰਹਿੰਦੀ ਹੈ, ਉਸ ਦੇ ਨਾਲ ਸਾਡੇ ਪ੍ਰੋਫਿਟ ਵੱਧਦੇ ਨੇ ਤੇ ਪ੍ਰੋਡਕਸ਼ਨ 'ਚ ਵੀ ਵਾਧਾ ਹੁੰਦਾ ਹੈ। ਤਾਂ ਇਹ ਹੈਗਾ ਬੱਚੋ ਪਰਪਸ ਆਫ ਪ੍ਰੀਵੈਂਟਿਵ ਮੇਨਟੇਨੈਂਸ, ਕੀ ਹੈ ਪ੍ਰੀਵੈਂਟਿਵ ਮੇਨਟੇਨੈਂਸ ਦੇ ਉਦੇਸ਼ ਕੀ ਨੇ। ਤਾਂ ਇਹ ਜਿਹੜਾ ਹੈਗਾ ਸੀਗਾ ਮੇਨਟੇਨੈਂਸ ਆਫ ਮਸ਼ੀਨਸ ਸੀ। ਮੈਂ ਆਸ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੇਗਾ। ਇਹਨਾਂ ਗੱਲਾਂ ਨਾਲ ਹੀ ਮੈਂ ਆਪਣਾ ਜਿਹੜਾ ਇਹ ਅੱਜ ਦਾ ਟੌਪਿਕ ਬੰਦ ਕਰਦਾ। ਥੈਂਕ ਯੂ, ਧੰਨਵਾਦ।